A warm welcome to all the viewers on my channel. I am Yogita Joshi, working as lecturer in English at Freedom Fighter Kundan Singh Government Senior Secondary, Smart School, Panibaga, District Mansa, Punjab. Dear viewers, today we'll enjoy a beautiful poem written by John Milton. The name of the poem is On His Blindness. ਪਿਆਰੇ ਪਿਆਰੇ ਵਿਦਿਆਰਥੀਓ ਆਪ ਸਭ ਦਾ ਇਸ ਚੈਨਲ ਤੇ ਇੱਕ ਵਾਰ ਫੇਰ ਸਵਾਗਤ ਹੈ। ਅੱਜ ਅਸੀਂ ਇੱਕ ਬਹੁਤ ਖੂਬਸੂਰਤ ਕਵਿਤਾ ਨੂੰ ਸਮਝਾਂਗੇ ਜਿਸ ਦਾ ਨਾਮ ਹੈ On His Blindness. This is for class 10 plus 2 for Punjab School Education Board and all the other classes who have this poem in their syllabus. Let's know by the end of this session what you will learn. By the end of this session, the learners will know about the author. ਤੁਹਾਨੂੰ ਕਵੀ ਬਾਰੇ ਦੱਸਾਂਗੀ. The learners will know about the related glossary. ਤੁਹਾਨੂੰ ਔਖੇ ਸ਼ਬਦਾਂ ਦੇ ਅਰਥ ਦੱਸਾਂਗੀ. The learners will enjoy the full text. ਅਸੀਂ ਪੂਰੀ ਕਵਿਤਾ ਨੂੰ ਪੜਾਂਗੇ. The learners will understand the central idea. ਕੇਂਦਰੀ ਭਾਵ ਕੀ ਹੈ, ਕੀ ਕਹਿਣਾ ਚਾਹੁੰਦਾ ਹੈ ਕਵੀ, ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ. So first of all, about the poem. Dear students, the poem by Milton is an in-depth investigation of the human condition and the significant effects of physical and spiritual difficulties. ਪਿਆਰੇ ਬੱਚਿਓ, ਇਹ ਕਵਿਤਾ ਜੋ ਜੌਨ ਮਿਲਟਨ ਨੇ ਲਿਖੀ ਹੈ ਇਹ ਬਹੁਤ ਹੀ ਡੂੰਘੇ ਅੰਤਰਮਨ ਦੀਆਂ ਗੱਲਾਂ ਇੱਕ ਇਨਸਾਨ ਦੀ ਹਾਲਤ ਬਿਆਨ ਕਰਦੀਆਂ ਨੇ। ਇਸ ਦੇ ਵਿੱਚ ਉਹਨਾਂ ਨੇ ਆਪਣੀ ਸਰੀਰਿਕ ਮੁਸੀਬਤਾਂ ਨੂੰ ਆਪਣੀਆਂ ਅਧਿਆਤਮਿਕ ਮੁਸੀਬਤਾਂ ਨਾਲ ਜੋੜ ਕੇ ਵੇਖਣ ਦੀ ਕੋਸ਼ਿਸ਼ ਕੀਤੀ ਹੈ। He pulls readers into his journey through poetic tropes and vivid imagery, giving readers an understanding of the feelings and thoughts that come with dealing with the laws of crucial sense like sight. ਇਹ ਕਵਿਤਾ ਨੂੰ ਬੜੇ ਖੂਬਸੂਰਤ ਤਰੀਕੇ ਨਾਲ ਕਵੀ ਨੇ ਲਿਖਿਆ ਹੈ ਜਿਸ ਦੇ ਵਿੱਚ ਕਿ ਬਹੁਤ ਹੀ ਖੂਬਸੂਰਤ ਤਸਵੀਰਾਂ ਉਕੇਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਆਪਣੇ ਪਾਠਕਾਂ ਨੂੰ ਆਪਣੀਆਂ ਭਾਵਨਾਵਾਂ ਅਤੇ ਆਪਣੇ ਖਿਆਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਸ ਤਰੀਕੇ ਨਾਲ ਇਸ ਕਵਿਤਾ ਦੁਆਰਾ ਜੌਨ ਮਿਲਟਨ ਨੇ ਉਹਨਾਂ ਦੀ ਜੋ ਅੱਖਾਂ ਦੀ ਰੋਸ਼ਨੀ ਗਈ ਸੀ ਉਹ ਦਰਦ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। Dear students, John Milton was the greatest poet ever. ਉਹਨਾਂ ਨੂੰ ਬਹੁਤ ਹੀ ਨਾਮਵਰ ਕਵੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। Let's know more about him. He was born on 9th December 1608 and he died on 8th November 1674 and he was an English poet and intellectual. ਬਹੁਤ ਹੀ ਵਧੀਆ ਕਵੀਆਂ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। 9 ਦਸੰਬਰ 1608 ਨੂੰ ਉਹਨਾਂ ਦਾ ਜਨਮ ਹੋਇਆ ਅਤੇ 8 ਦਸੰਬਰ 1674 ਨੂੰ ਉਹਨਾਂ ਦੀ ਮ੍ਰਿਤਿੂ ਹੋਈ। ਅੰਗਰੇਜ਼ੀ ਦੇ ਬਹੁਤ ਮਸ਼ਹੂਰ ਕਵੀ ਹੋਏ ਜਿਨ੍ਹਾਂ ਨੂੰ ਕਿ ਦਾਨਿਸ਼ਵਰ ਮੰਨਿਆ ਜਾਂਦਾ ਸੀ। His 1667 epic poem Paradise Lost, written in blank verse and including over 10 chapters, was written in a time of immense religious flux and political upheaval. ਜਿਸ ਸਮੇਂ ਬਹੁਤ ਹੀ ਰਾਜਨੀਤਿਕ ਉੱਠਾ ਪਟਕ ਹੋ ਰਹੀ ਸੀ ਅਤੇ ਪੂਰੇ ਸਮਾਜ ਵਿੱਚ ਧਾਰਮਿਕ ਅਤੇ ਸਾਇੰਟੀਫਿਕ ਖਿਆਲਾਂ ਨੂੰ ਲੈ ਕੇ ਲੋਕਾਂ 'ਚ ਜੱਦੋ ਜਹਿਦ ਚੱਲ ਰਹੀ ਸੀ। ਉਸ ਸਮੇਂ 1667 ਦੇ ਵਿੱਚ ਉਹਨਾਂ ਨੇ ਪੈਰਾਡਾਈਜ਼ ਲੋਸਟ ਨਾਂ ਦੀ ਕਿਤਾਬ ਲਿਖੀ ਜੋ ਕਿ ਖੁੱਲ੍ਹੀ ਕਵਿਤਾ ਦੀ ਤਰ੍ਹਾਂ ਸੀ ਜਿਸ ਦੇ ਅੰਦਰ ਕਿ 10 ਪਾਠ ਲਿਖੇ ਗਏ ਸਨ। It addressed the fall of man, including the temptation of Adam and Eve by the fallen angel Satan and God's expulsion of them from the Garden of Eden. ਗਾਰਡਨ ਆਫ ਈਡਨ ਜਾਂ ਜੰਨਤ ਦੇ ਵਿੱਚੋਂ ਐਡਮ ਅਤੇ ਈਵ
ਕਿਸ ਤਰੀਕੇ ਨਾਲ ਆਪਣੀ ਇੱਕ ਗਲਤੀ ਕਾਰਨ ਕੱਟ ਦਿੱਤੇ ਜਾਂਦੇ ਨੇ ਗॉड ਦੁਆਰਾ, ਔਰ ਕਿਸ ਤਰ੍ਹਾਂ ਸੈਟਨ, ਜੋ ਕਿ ਫਾਲਨ ਏਂਜਲ ਕਿਹਾ ਜਾਂਦਾ ਹੈ, ਉਹ ਉਹਨਾਂ ਨੂੰ ਗਲਤ ਰਸਤੇ 'ਤੇ ਤੋਰਨ ਦੀ ਕੋਸ਼ਿਸ਼ ਕਰਦਾ ਹੈ। ਸੋ ਬੇਸਿਕਲੀ this poem tells about the struggle between the good and the evil, ਜੋ ਹਰ ਸਮੇਂ ਅੱਛਾਈ ਤੇ ਬੁਰਾਈ ਦਾ ਯੁੱਧ ਅਸੀਂ ਧਰਤੀ 'ਤੇ ਵੇਖਦੇ ਹਾਂ। ਬਾਈਬਲ ਦੀਆਂ ਕਥਾਵਾਂ ਅਨੁਸਾਰ ਉਸ ਦਾ ਵਰਣਨ ਇਸ 'ਚ ਕੀਤਾ ਗਿਆ ਹੈ। ਪੈਰਾਡਾਈਜ਼ ਲੋਸਟ elevated Milton's reputation as one of the history's greatest poets। ਪਿਆਰੇ ਬੱਚਿਓ, ਪੈਰਾਡਾਈਜ਼ ਲੋਸਟ ਵਰਕ ਲਿਖਣ ਤੋਂ ਬਾਅਦ ਜੌਨ ਮਿਲਟਨ ਨੂੰ ਇਤਿਹਾਸ ਦੇ ਵੱਡੇ ਤੋਂ ਵੱਡੇ ਕਵੀਆਂ 'ਚ ਸ਼ਾਮਲ ਕੀਤਾ ਜਾਣ ਲੱਗਿਆ। ਇਹ ਸਾਰੀ ਜਾਣਕਾਰੀ ਵਿਕੀਪੀਡੀਆ ਦੇ ਅਨੁਸਾਰ ਹੈ। ਲੈਟਸ ਗੋ ਥਰੂ ਦ vocabulary। The vocabulary in John Milton on his blindness। ਸੋ ਉਹਨਾਂ ਨੇ ਕਿਹੜੇ ਕਿਹੜੇ ਸ਼ਬਦਾਂ ਨੂੰ ਕੀ ਅਰਥ ਦੇਣ ਦੀ ਕੋਸ਼ਿਸ਼ ਕੀਤੀ ਹੈ, ਉਹ ਆਪਾਂ ਦੇਖਾਂਗੇ। ਫਸਟ ਵਰਡ ਇਜ਼ ਲਾਈਟ। ਲਾਈਟ ਸਾਨੂੰ ਸਭ ਨੂੰ ਪਤਾ ਹੈ, ਲਾਈਟ ਦਾ ਮਤਲਬ ਹੈ ਰੋਸ਼ਨੀ, ਲੇਕਿਨ ਇਸ ਕਵਿਤਾ ਦੇ ਵਿੱਚ ਲਾਈਟ ਦਾ ਮਤਲਬ ਕੀ ਦਿੱਤਾ? ਆਈ ਸਾਈਟ, ਅੱਖਾਂ ਦੀ ਰੋਸ਼ਨੀ। ਸੋ ਕੋਈ ਵੀ ਆਮ ਰੋਸ਼ਨੀ ਨਹੀਂ। ਜਦੋਂ ਇੱਥੇ ਸ਼ਬਦ ਲਾਈਟ ਆਉਂਦਾ ਹੈ ਤਾਂ ਅਸੀਂ ਗੱਲ ਕਰਦੇ ਹਾਂ ਅੱਖਾਂ ਦੀ ਰੋਸ਼ਨੀ ਦੀ। ਸੈਕਿੰਡ ਵਰਡ ਇਜ਼ ਰ। ਰ ਮੀਨਸ ਬਿਫੋਰ, ਮੀਨਸ ਪਹਿਲਾਂ। ਨੰਬਰ 3 ਟੈਲੈਂਟ। ਇਟ ਮੀਨਸ ਅਬਿਲਿਟੀ ਟੂ ਸੀ। ਇੱਥੇ ਉਹਨਾਂ ਨੇ ਜਿਹੜੀ ਟੈਲੈਂਟ ਦੀ ਗੱਲ ਕੀਤੀ ਹੈ, ਉਹ ਜਿਹੜੇ ਟੈਲੈਂਟ ਦਾ ਉਹ ਲੋਸ ਕਹਿ ਰਹੇ ਨੇ, ਉਹ ਟੈਲੈਂਟ ਅੱਖਾਂ ਦੀ ਨਿਗਾਹ ਦਾ ਜਾਣਾ, ਜਿਸ ਕਾਰਨ ਉਹਨਾਂ ਦੇ ਕਵਿਤਾ ਨਾ ਲਿਖ ਸਕਣ ਦਾ ਟੈਲੈਂਟ ਖੋ ਗਿਆ। ਨੰਬਰ 4 ਬੈਂਟ। ਬੈਂਟ ਮੀਨਸ ਡਿਟਰਮਿੰਡ, ਮੀਨਸ ਦ੍ਰਿੜ ਨਿਸ਼ਚੇ 'ਚ ਹੋਣਾ। ਨੰਬਰ 5 ਮੇਕਰ। ਗॉड, ਪਰਮਾਤਮਾ। ਜਿੱਥੇ ਉਹ ਮੇਕਰ ਸ਼ਬਦ ਲਿਖਦੇ ਨੇ, ਉਹ ਕਹਿਣਾ ਚਾਹੁੰਦੇ ਨੇ ਕਿ ਮੈਨੂੰ ਸਿਰਜਣ ਵਾਲਾ, ਮੇਰਾ ਸਿਰਜਣਹਾਰ, ਯਾਨੀ ਕਿ ਪਰਮਾਤਮਾ। ਨੰਬਰ 6 ਪੇਸ਼ੈਂਸ। ਪੇਸ਼ੈਂਸ ਮੀਨਸ ਇਨਰ ਸੈਲਫ, ਅੰਤਰ ਆਤਮਾ, ਅੰਦਰੂਨੀ ਆਵਾਜ਼। ਨੰਬਰ 7 ਮਰਮਰ। ਇਟ ਮੀਨਸ ਟੂ ਕੰਪਲੇਨ ਫੁਲਿਸ਼ਲੀ। ਜਦੋਂ ਕੋਈ ਐਵੇਂ ਬੁੜਬੁੜਾਉਂਦਾ ਰਹਿੰਦਾ ਹੈ ਅਤੇ ਸ਼ਿਕਾਇਤ ਕਰਦਾ ਰਹਿੰਦਾ ਹੈ ਤਾਂ ਅਸੀਂ ਉਸਨੂੰ ਕਹਿ ਦਿੰਦੇ ਹਾਂ ਮਰਮਰ। ਨੰਬਰ 8 ਯੋਕ। ਯੋਕ ਮੀਨਸ ਬਰਡਨ। ਯੋਕ ਦਾ ਮਤਲਬ ਹੈ ਇੱਥੇ ਇਸ ਕਵਿਤਾ ਦੇ ਵਿੱਚ ਬੋਝ। ਨੰਬਰ 9 ਬਿਡਿੰਗ। ਬਿਡਿੰਗ ਮੀਨਸ ਆਰਡਰ ਔਰ ਕਮਾਂਡ। ਇੱਥੇ ਬਿਡਿੰਗ ਦਾ ਅਰਥ ਦਿੱਤਾ ਗਿਆ ਹੈ ਕਿਸੇ ਨੂੰ ਹੁਕਮ ਦੇਣਾ। ਨੰਬਰ 10 ਪੋਸਟ। ਰਸ਼, ਟਰੈਵਲ। ਪੋਸਟ ਮੀਨਸ ਭੱਜਿਆ ਫਿਰਨਾ। ਲੈਟਸ ਮੂਵ ਟੂ ਨੈਕਸਟ ਸਲਾਈਡ। ਲੈਟਸ enjoy the text. I'll read the complete poem for you and then I'll explain this beautiful poem so that you may understand it in easy Punjabi language. ਪਹਿਲਾਂ ਮੈਂ ਤੁਹਾਡੇ ਲਈ ਇਹ ਪੂਰੀ ਕਵਿਤਾ ਇੰਗਲਿਸ਼ 'ਚ ਪੜ੍ਹਾਂਗੀ, ਫਿਰ ਤੁਹਾਨੂੰ ਇਹ ਪੰਜਾਬੀ 'ਚ ਸਮਝਾਵਾਂਗੀ। Let's enjoy. When I consider how my light is spent half my days in this dark world and wide, and that one talent which is death to hide, lodged with me useless, though my soul more bent to serve therewith my Maker and present my true account, lest he returning chide, doth God exact day labour light denied? I fondly ask, but patience to prevent that murmur soon replies, God doth not need either man's work or his own gifts, who best his mild yoke, they serve him the best. His state is kingly, thousands at his bidding speed and post over land and ocean without rest. They also serve who only stand and wait.
This is the beautiful poem. Let's understand the poem. ਆਓ ਤੁਹਾਨੂੰ ਹੌਲੀ ਹੌਲੀ ਇਹ ਕਵਿਤਾ ਸਮਝਾਵਾਂ. When I consider how my light is spent ere half my days, ਮੇਰੀ ਹਜੇ ਅੱਧੀ ਹੀ ਜ਼ਿੰਦਗੀ ਬੀਤੀ ਹੈ, ਅੱਧੀ ਬਾਕੀ ਹੈ. ਤੇ ਜਦੋਂ ਮੈਂ ਵਿਚਾਰਦਾ ਹਾਂ ਕਿ ਕਿਵੇਂ ਵਕਤ ਤੋਂ ਪਹਿਲਾਂ ਹੀ ਮੇਰੀ ਅੱਖਾਂ ਦੀ ਰੋਸ਼ਨੀ ਚਲੀ ਗਈ, ਇਨ ਦਿਸ ਡਾਰਕ ਵਰਲਡ ਐਂਡ ਵਾਈਡ, ਇਸ ਵੱਡੀ ਸਾਰੀ ਜ਼ਿੰਦਗੀ ਨੂੰ, ਇਸ ਵੱਡੇ ਸਾਰੇ ਸੰਸਾਰ 'ਚ ਮੈਂ ਹੁਣ ਹਨੇਰੇ 'ਚ ਹੀ ਜੀਵਨ ਬਿਤਾਵਾਂ. ਐਂਡ ਦੈਟ ਵਨ ਟੈਲੈਂਟ ਵਿਚ ਇਜ਼ ਡੈਥ ਟੂ ਹਾਈਡ, ਅਤੇ ਜਿਹੜਾ ਮੇਰਾ ਟੈਲੈਂਟ ਖਰਾਬ ਹੋ ਗਿਆ ਦੇਖਣ ਦਾ, ਕੁਛ ਲਿਖਣ ਦਾ, ਕਵਿਤਾ ਕਹਿਣ ਦਾ, ਉਹ ਹੁਣ ਉਹਦਾ ਖਰਾਬ ਹੋਣਾ, ਉਹਦਾ ਇਸਤੇਮਾਲ ਨਾ ਕਰ ਪਾਉਣਾ ਮੇਰੇ ਲਈ ਮਰਨ ਸਮਾਨ ਹੈ. ਲੌਸਟ ਵਿਦ ਮੀ ਯੂਜ਼ਲੈਸ, ਮੇਰੇ ਅੰਦਰ ਹੁਣ ਇਹ, ਕਿਉਂਕਿ ਮੈਂ ਦੇਖ ਨਹੀਂ ਪਾਉਣਾ, ਕਵਿਤਾ ਲਿਖ ਨਹੀਂ ਪਾਉਣਾ, ਅਤੇ ਉਹ ਕਵਿਤਾਵਾਂ ਜਿਹੜੀਆਂ ਮੇਰੇ ਅੰਦਰ ਨੇ ਉਹ ਦਫਨ ਹੋ ਜਾਣਗੀਆਂ ਅਤੇ ਬੇਕਾਰ ਪਈਆਂ ਰਹਿਣਗੀਆਂ. ਦੋ ਮਾਈ ਸੋਲ ਮੋਰ ਬੈਂਟ ਟੂ ਸਰਵ ਦੇਅਰ ਵਿਦ ਮਾਈ ਮੇਕਰ, ਹਾਲਾਂਕਿ ਮੇਰੀ ਆਤਮਾ ਤਾਂ ਤਤਪਰ ਹੈ ਕਿ ਮੈਂ ਆਪਣੇ ਮੇਕਰ, ਆਪਣੇ ਗੋਡ, ਆਪਣੇ ਪਰਮਾਤਮਾ, ਆਪਣੇ ਸਿਰਜਣਹਾਰ ਦੀ ਸ਼ਾਨ 'ਚ ਬਹੁਤ ਸਾਰੀਆਂ ਕਵਿਤਾਵਾਂ ਲਿਖਾਂ. ਐਂਡ ਪ੍ਰੈਜ਼ੈਂਟ ਮਾਈ ਟਰੂ ਅਕਾਊਂਟ, ਅਤੇ ਆਪਣੇ ਦਿਲ ਦੀ ਹਰ ਇੱਕ ਗੱਲ ਖੋਲ੍ਹ ਕੇ ਰੱਖਦੇ ਹਾਂ ਸੱਚੋ ਸੱਚ. ਲੈਸਟ ਹੀ ਰਿਟਰਨਿੰਗ ਚਾਈਡ, ਕਿਤੇ ਇਹ ਨਾ ਹੋਵੇ ਕਿ ਇਸ ਹੁਨਰ ਨੂੰ ਮੈਂ ਬਿਨਾਂ ਇਸਤੇਮਾਲ ਕੀਤੇ ਹੀ ਪਰਮਾਤਮਾ ਨੂੰ ਮੋੜਾਂ. ਅਤੇ ਮੇਰੀ ਇਹ ਨਿਗਾਹ ਜਾਣ ਦਾ ਮਤਲਬ ਕਿਤੇ ਇਹ ਤਾਂ ਨਹੀਂ ਕਿ ਪਰਮਾਤਮਾ ਮੇਰੇ ਨਾਲ ਨਾਰਾਜ਼ ਹੈ. ਡੋਥ ਗੋਡ ਐਗਜ਼ੈਕਟ ਡੇ ਲੇਬਰ ਲਾਈਟ ਨਾਈਟ, ਡੇ ਲੇਬਰ, ਰੋਸ਼ਨੀ 'ਚ ਕੀਤੇ ਜਾਣ ਵਾਲੇ ਕੰਮ, ਅੱਖਾਂ ਦੀ ਰੋਸ਼ਨੀ ਨਾਲ ਕੀਤੇ ਜਾਣ ਵਾਲੇ ਕੰਮ ਮੈਨੂੰ ਮਨ੍ਹਾ ਕਰ ਦਿੱਤੇ ਗਏ, ਮੇਰੀ ਅੱਖਾਂ ਦੀ ਰੋਸ਼ਨੀ ਲੈ ਲਿੱਤੀ ਗਈ. ਕਿਤੇ ਪਰਮਾਤਮਾ ਨੇ ਕਿਸੇ ਨਾਰਾਜ਼ਗੀ ਦੇ ਤਹਿਤ ਇਹ ਤਾਂ ਨਹੀਂ ਕੀਤਾ. ਆਈ ਫੌਂਡਲੀ ਆਸਕ, ਮੈਂ ਆਪਣੇ ਆਪ ਨੂੰ ਪੁੱਛਿਆ. ਬਟ ਪੇਸ਼ੈਂਸ ਟੂ ਪ੍ਰੀਵੈਂਟ that murmur soon replies, ਪਰ ਮੇਰੀ ਅੰਤਰ ਆਤਮਾ ਨੇ ਫਟਾਫਟ ਮੇਰੀ ਉਸ ਬੁੜਬੁੜਾਉਂਦੀ ਹੋਈ ਸ਼ਿਕਾਇਤ ਭਰੀ ਲਹਿਜ਼ੇ ਭਰੀ ਆਵਾਜ਼ ਨੂੰ ਜਵਾਬ ਦਿੱਤਾ. God doth not need either man's work or his own gifts, ਪਰਮਾਤਮਾ ਨੂੰ ਨਾ ਤਾਂ ਸਾਡੇ ਕਿਸੇ ਕੰਮ ਦੀ ਲੋੜ ਹੈ, ਨਾ ਸਾਡੀ ਸੇਵਾ ਦੀ ਲੋੜ ਹੈ, ਅਤੇ ਨਾ ਹੀ ਪਰਮਾਤਮਾ ਨੂੰ ਆਪਣੇ ਦਿੱਤੇ ਹੋਏ ਤੋਹਫੇ ਵਾਪਸ ਲੈਣ ਦੀ ਲੋੜ ਹੈ. ਇੱਥੇ ਤੋਹਫੇ ਦਾ ਮਤਲਬ ਹੈ ਕਵਿਤਾ ਲਿਖਣ ਦਾ ਤੋਹਫਾ, ਟੈਲੈਂਟ ਜੋ ਕੁਦਰਤ ਨੇ ਇਹਨਾਂ ਨੂੰ ਦਿੱਤਾ ਹੈ. ਉਹਨਾਂ ਨੂੰ ਲੱਗਦਾ ਸੀ ਕਿ ਖੋ ਜਾਏਗਾ, ਤਾਂ ਉਹਨਾਂ ਦਾ ਅੰਤਰਮਨ ਕਹਿੰਦਾ ਹੈ ਕਿ ਨਹੀਂ, ਪਰਮਾਤਮਾ ਆਪਣੇ ਬਖਸ਼ੇ ਹੋਏ ਗਿਫਟਸ, ਆਪਣੇ ਬਖਸ਼ੇ ਹੋਏ ਤੋਹਫੇ ਕਦੀ ਵਾਪਸ ਨਹੀਂ ਲੈਂਦਾ. ਤੁਹਾਡਾ ਟੈਲੈਂਟ ਵਾਪਸ ਨਹੀਂ ਜਾਊਗਾ, ਔਰ ਪਰਮਾਤਮਾ ਨੂੰ ਤੁਹਾਡੀ ਸੇਵਾ ਦੀ ਕੋਈ ਲੋੜ ਨਹੀਂ. who best bear his mild yoke, they serve him the best, ਜੋ ਪਰਮਾਤਮਾ ਦੇ ਭਾਣੇ ਨੂੰ ਮੰਨਦੇ ਹਨ, ਉਸ ਦੇ ਦਿੱਤੇ ਹੋਏ ਬੋਝਾਂ ਨੂੰ ਖਿੜੇ ਮੱਥੇ ਸਵੀਕਾਰ ਕਰ ਲੈਂਦੇ ਹਨ, ਜੋ ਦੁੱਖ ਦੇ ਵਿੱਚ ਵੀ ਆਪਣੇ ਮਨ ਦੇ ਉੱਤੇ ਸੰਯਮ ਰੱਖ ਕੇ ਪਰਮਾਤਮਾ ਦੀ ਰਜ਼ਾ 'ਚ ਆਪਣਾ ਕਰਮ ਕਰਨ ਲੱਗੇ ਰਹਿੰਦੇ ਹਨ, ਪਰਮਾਤਮਾ ਦੀ ਉਹ ਸਭ ਤੋਂ ਵਧੀਆ ਸੇਵਾ ਮੰਨੀ ਜਾਂਦੀ ਹੈ. ਹਿਸ ਸਟੇਟ ਇਜ਼ ਕਿੰਗਲੀ, ਪਰਮਾਤਮਾ ਤਾਂ ਇੱਕ ਬਹੁਤ ਵੱਡੇ ਬਾਦਸ਼ਾਹ ਵਰਗਾ ਹੈ. ਥਾਊਜ਼ੈਂਡਸ ਐਟ ਹਿਸ ਬਿਡਿੰਗ ਸਪੀਚ, ਉਸ ਦੇ ਇੱਕ ਇਸ਼ਾਰੇ 'ਤੇ, ਉਸ ਦੇ ਇੱਕ ਬੋਲ 'ਤੇ, ਉਸ ਦੇ ਇੱਕ ਹੁਕਮ 'ਤੇ ਹਜ਼ਾਰਾਂ ਫਰਿਸ਼ਤੇ ਕੰਮ ਕਰਨ ਨੂੰ ਭੱਜ ਲੈਂਦੇ ਨੇ. ਐਂਡ ਪੋਸਟ ਟੂ ਲੈਂਡ ਐਂਡ ਓਸ਼ਨ ਵਿਦਾਊਟ ਰੈਸਟ, ਅਤੇ ਧਰਤੀ 'ਤੇ, ਜਲ 'ਚ, ਥਲ 'ਚ, ਹਰ ਪਾਸੇ ਫਰਿਸ਼ਤੇ ਪਰਮਾਤਮਾ ਦੇ ਇੱਕ ਹੁਕਮ 'ਤੇ ਕੋਈ ਵੀ ਕੰਮ ਕਰਨ ਲਈ ਤਿਆਰ ਹੁੰਦੇ ਨੇ. ਉਹ ਬਿਲਕੁਲ ਵੀ ਆਰਾਮ ਨਹੀਂ ਕਰਦੇ, ਬਿਨਾਂ ਆਰਾਮ ਕੀਤਿਆਂ ਉਸ ਦੇ ਹਰ ਹੁਕਮ ਦਾ ਪਾਲਣ ਖੁਸ਼ੀ ਖੁਸ਼ੀ ਕਰਦੇ ਰਹਿੰਦੇ ਨੇ. ਦੇ ਆਲਸੋ ਸਰਵ ਹੂ ਓਨਲੀ ਸਟੈਂਡ ਐਂਡ ਵੇਟ, ਲੇਕਿਨ ਉਹ ਵੀ ਉਹਨਾਂ ਦੇ ਉਨੇ ਹੀ ਸੱਚੇ ਸੇਵਕ ਹਨ ਜੋ ਖੜ੍ਹੇ ਰਹਿੰਦੇ ਹਨ ਹੱਥ ਜੋੜ ਕੇ ਉਸ ਦੀ ਰਜ਼ਾ 'ਚ, ਅਤੇ ਜੋ ਇੰਤਜ਼ਾਰ ਕਰਦੇ ਹਨ ਕਿ ਸਾਡਾ ਈਸ਼ਵਰ ਸਾਨੂੰ, ਸਾਡਾ ਪਰਮਾਤਮਾ ਕੋਈ ਹੁਕਮ ਦੇਗਾ, ਕੋਈ ਸੇਵਾ ਲਾਏਗਾ ਅਤੇ ਅਸੀਂ ਸੇਵਾ ਕਰਾਂਗੇ. Dear students, I hope you have understood the complete poem. Let's move on. Let's paraphrase. The poem by Milton is an in-depth investigation of the human condition and the significant effects of the ਫਿਜ਼ੀਕਲ ਐਂਡ ਸਪਿਰਿਚੁਅਲ ਡਿਫਿਕਲਟੀਜ਼. ਸੋ ਅਸੀਂ ਪੂਰੀ ਕਵਿਤਾ ਦੇ ਵਿੱਚ ਦੇਖਿਆ ਕਿ ਕਿਵੇਂ ਸਰੀਰਿਕ ਦਿੱਕਤਾਂ ਦੇ ਨਾਲ ਨਾਲ ਉਹਨਾਂ ਨੇ ਉਸ ਦੇ ਵਿੱਚ
ਅਧਿਆਤਮਿਕ ਦਿੱਕਤ ਵੀ ਮਹਿਸੂਸ ਕੀਤੀ। He pulls readers into his journey through poetic tropes and vivid imagery. ਸੋ ਜੋ ਮੈਂ ਤੁਹਾਨੂੰ ਕਵਿਤਾ ਦੇ ਸ਼ੁਰੂ 'ਚ ਕਿਹਾ ਸੀ ਕਿ ਬਹੁਤ ਸੋਹਣੇ ਉਹਨਾਂ ਨੇ ਦ੍ਰਿਸ਼ ਖਿੱਚੇ ਨੇ ਸਾਡੇ ਸਾਹਮਣੇ, ਇਹਨਾਂ ਦ੍ਰਿਸ਼ ਖਿੱਚ ਕੇ ਇਹਨਾਂ ਦ੍ਰਿਸ਼ਾਂ ਦੁਆਰਾ ਉਹਨਾਂ ਨੇ ਸਾਨੂੰ ਆਪਣੇ ਖਿਆਲਾਂ ਤੱਕ ਰਾਹ ਵਿਖਾਇਆ ਹੈ। Giving readers an understanding of the feelings and thoughts that come with dealing with the loss of crucial sense like sight. ਤੇ ਅੱਖਾਂ ਦੀ ਰੋਸ਼ਨੀ ਜਾਣ ਨਾਲ ਜੋ ਇੱਕ ਨੁਕਸਾਨ ਹੁੰਦਾ ਹੈ, ਜੋ ਇੱਕ ਦਰਦ ਹੁੰਦਾ ਹੈ, ਸੌਰੀ, ਉਸ ਦਰਦ ਨੂੰ ਬਿਆਨ ਇਸ ਕਵਿਤਾ 'ਚ ਖੂਬਸੂਰਤੀ ਨਾਲ ਕੀਤਾ ਗਿਆ ਹੈ। This analysis will examine the organization, topics and language on his blindness, illuminating its significance and ever-present relevance. ਸੋ ਇਸ ਤਰ੍ਹਾਂ ਅਸੀਂ ਇਸ ਕਵਿਤਾ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਹੀ ਧਿਆਨ ਨਾਲ ਦੇਖਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੇ ਇੱਕ ਵਿਸ਼ਾ ਚੁਣਿਆ, ਕਿਵੇਂ ਆਪਣੇ ਸਾਰੇ ਖਿਆਲਾਂ ਨੂੰ ਇੱਕ ਤਰੀਕੇ ਨਾਲ ਪਰੋਇਆ, ਕਿਹੋ ਜਿਹੀ ਭਾਸ਼ਾ ਰੱਖੀ ਅਤੇ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਵੱਡਾ ਸੁਨੇਹਾ ਦੇ ਦਿੱਤਾ ਜੋ ਕਿ ਸਾਡੇ ਸਾਰਿਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ। ਸਾਨੂੰ ਸਭ ਨੂੰ ਇਹ ਸੁਨੇਹਾ ਮਿਲਿਆ ਕਿ ਸਾਨੂੰ ਪਰਮਾਤਮਾ ਦੀ ਰਜ਼ਾ 'ਚ ਖੁਸ਼ ਰਹਿਣਾ ਚਾਹੀਦਾ, ਭਾਣਾ ਮੰਨਣਾ ਚਾਹੀਦਾ, ਮਿਹਨਤ ਕਰਨੀ ਚਾਹੀਦੀ ਹੈ। If we delve into the poem's depths, we can better grasp Milton's reflections and his search for spiritual insight while facing enormous obstacles. ਤਾਂ ਇਸ ਤਰ੍ਹਾਂ ਸਾਨੂੰ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਬਹੁਤ ਸਾਰੀ ਮੁਸੀਬਤਾਂ ਦਾ ਸਾਹਮਣਾ ਕਰਕੇ ਵੀ ਜੌਨ ਮਿਲਟਨ ਨੇ ਆਪਣੀ ਇਸ ਸੇਵਾ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ। Let's move on to the central idea, the theme of the poem. John Milton's poem on his blindness has multiple themes. ਇਸ ਦੇ ਅੰਦਰ ਉਹਨਾਂ ਨੇ ਇੱਕ ਨਹੀਂ ਕਈ ਵਿਚਾਰ ਪਿਰਾਉਣ ਦੀ ਕੋਸ਼ਿਸ਼ ਕੀਤੀ ਹੈ, ਲਾਈਕ ਫੇਥ ਇਨ ਗੋਡ, ਪਰਮਾਤਮਾ 'ਚ ਵਿਸ਼ਵਾਸ ਰੱਖਣਾ, ਫਰਸਟ੍ਰੇਸ਼ਨ, ਜਦੋਂ ਸਾਨੂੰ ਕੋਈ ਦੁੱਖ ਆਉਂਦਾ ਹੈ ਤਾਂ ਅਸੀਂ ਆਪਣੇ ਮਨ ਦੇ ਵਿੱਚ ਕਿਸ ਤਰ੍ਹਾਂ ਕੁੜਨ ਪਾਲ ਲੈਂਦੇ ਹਾਂ, ਐਕਸੈਪਟੈਂਸ, ਕਿਵੇਂ ਦੁੱਖ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਹੈ, ਪੇਸ਼ੈਂਸ, ਕਿਵੇਂ ਸਬਰ ਰੱਖਣਾ ਹੈ, ਗੋਡਸ ਓਮਨੀਪੋਟੈਂਸ, ਪਰਮਾਤਮਾ ਕਣ ਕਣ ਦੇ ਵਿੱਚ ਮੌਜੂਦ ਹੈ ਅਤੇ ਪਰਮਾਤਮਾ ਸਭ ਕੁਝ ਕਰ ਸਕਦਾ ਹੈ, ਗੋਡਸ ਓਮਨੀ ਪ੍ਰੈਜ਼ੈਂਸ, ਪਰਮਾਤਮਾ ਦਾ ਹਰ ਪਾਸੇ ਸਰਵ ਵਿਆਪਕ ਹੋਣਾ। ਸੋ ਇਹ ਸਾਰੇ ਵਿਸ਼ਿਆਂ ਨੂੰ ਉਹਨਾਂ ਨੇ ਛੂਹਣ ਦੀ ਕੋਸ਼ਿਸ਼ ਕੀਤੀ ਹੈ। Despite his blindness and despite the fact that God designed his fate that way, Milton promises to remain faithful to God. ਸੋ ਮਿਲਟਨ ਕਹਿੰਦੇ ਹਨ ਕਿ ਮੇਰੇ ਨਸੀਬ 'ਚ, ਮੇਰੇ ਫੇਟ 'ਚ ਕੁਛ ਵੀ ਪਰਮਾਤਮਾ ਨੇ ਲਿਖਿਆ ਹੋਵੇ, ਲੇਕਿਨ ਮੈਂ ਪਰਮਾਤਮਾ ਦੀ ਬੰਦਗੀ, ਉਸਦੀ ਇਬਾਦਤ ਨਹੀਂ ਛੱਡਾਂਗਾ। ਮੈਂ ਹਮੇਸ਼ਾ ਪਰਮਾਤਮਾ ਦੇ ਪ੍ਰਤੀ ਵਫਾਦਾਰ ਬਣਿਆ ਰਹਾਂਗਾ, ਇਹ ਮੇਰਾ ਵਾਅਦਾ ਹੈ। He is definitely frustrated with his fate. ਅੱਖਾਂ ਦੀ ਰੋਸ਼ਨੀ ਤੇਜ਼ੀ ਨਾਲ ਘਟਣ ਨਾਲ ਬਹੁਤ ਪਰੇਸ਼ਾਨ ਹੈ ਉਹ, ਬਹੁਤ ਉਹਨਾਂ ਦੇ ਮਨ ਦੇ ਵਿੱਚ ਘੁਟਨ ਹੋ ਰਹੀ ਹੈ। ਬਟ ਹੀ ਫਾਈਨਲੀ ਐਕਸੈਪਟਸ ਹਿਜ਼ ਡੈਸਟਨੀ ਐਜ਼ ਵੈਲ। ਲੇਕਿਨ ਅੰਤ ਵਿੱਚ ਉਹ ਆਪਣਾ ਨਸੀਬ ਸਵੀਕਾਰ ਕਰ ਲੈਂਦੇ ਨੇ ਅਤੇ ਇਹ ਮੰਨ ਲੈਂਦੇ ਨੇ ਕਿ ਕੋਈ ਗੱਲ ਨਹੀਂ, ਜੋ ਵੀ ਮੇਰੀ ਝੋਲੀ ਪਰਮਾਤਮਾ ਨੇ ਪਾਇਆ ਉਹ ਸਵੀਕਾਰ ਹੈ। God's omnipotence and omnipresence are also significant themes of Milton's poem. ਉਹਨਾਂ ਦੀ ਕਵਿਤਾ ਦੇ ਵਿੱਚ ਪਰਮਾਤਮਾ ਦੇ ਸਰਵ ਸ਼ਕਤੀਮਾਨ ਹੋਣ ਅਤੇ ਸਰਵ ਵਿਆਪਕ ਹੋਣ ਦੇ ਵਿਸ਼ਿਆਂ ਦੇ ਉੱਤੇ ਵੀ ਉਹਨਾਂ ਨੇ ਬਹੁਤ ਹੀ ਮਹੱਤਵਪੂਰਨ ਗੱਲ ਕੀਤੀ ਹੈ। We can do nothing to change God's creation. ਜਦੋਂ ਪਰਮਾਤਮਾ ਕੁਝ ਬਣਾਉਂਦੇ ਨੇ, ਕੁਝ ਦਿੰਦੇ ਨੇ ਜਾਂ ਕੁਝ ਖੋਹ ਲੈਂਦੇ ਨੇ, ਤਾਂ ਇਹ ਪਰਮਾਤਮਾ ਦਾ ਆਪਣਾ ਇੱਕ ਸ੍ਰਿਸ਼ਟੀ ਚਲਾਉਣ ਦਾ ਤਰੀਕਾ ਹੈ ਜਿਸ ਨੂੰ ਮਨੁੱਖ ਕਈ ਵਾਰ ਸਮਝ ਨਹੀਂ ਪਾਉਂਦਾ ਅਤੇ ਸਾਡਾ ਉਸ 'ਤੇ ਕੋਈ ਵੀ ਵੱਸ ਨਹੀਂ ਚੱਲਦਾ। ਐਂਡ ਵੇਅਰ ਐਵਰ ਵੀ ਆਰ, God comes to help us when we seriously need him. ਅਸੀਂ ਜ਼ਿੰਦਗੀ 'ਚ ਜਿੱਥੇ ਵੀ ਹੋਈਏ, ਕਿਸੇ ਵੀ ਮੁਸੀਬਤ 'ਚ ਹੋਈਏ, ਜਦੋਂ ਅਸੀਂ ਮੁਸੀਬਤ 'ਚ ਹੋਵਾਂਗੇ ਤਾਂ ਪਰਮਾਤਮਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਸਾਡੀ ਮਦਦ ਜ਼ਰੂਰ ਕਰਦੇ ਹਨ ਅਤੇ ਸਾਨੂੰ ਉਸ ਮੁਸੀਬਤ 'ਚੋਂ ਬਾਹਰ ਕੱਢ ਲੈਂਦੇ ਹਨ। ਲਾਈਕਵਾਈਜ਼ ਪੇਸ਼ੈਂਸ ਇਜ਼ ਹਾਈਲੀ ਇੰਪੋਰਟੈਂਟ ਥੀਮ ਔਨ ਹਿਜ਼ ਬਲਾਈਂਡਨੈਸ ਪ੍ਰੈਜ਼ੈਂਟਸ। ਅਤੇ ਸਭ ਤੋਂ ਜ਼ਿਆਦਾ ਉਹਨਾਂ ਨੇ ਜਿਹੜੀ ਅੰਤਰ-ਆਤਮਾ ਦੁਆਰਾ ਸਾਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਬਰ ਰੱਖਣਾ, ਪਰਮਾਤਮਾ ਦੀ ਰਜ਼ਾ 'ਚ ਰਹਿਣਾ, ਦੁੱਖ ਦੇ ਵਿੱਚ ਵੀ ਆਪਣੇ ਮਨ 'ਚ ਧੀਰਜ ਬਣਾ ਕੇ ਰੱਖਣਾ। ਸੋ ਇਹ ਵੀ ਬਹੁਤ ਮਹੱਤਵਪੂਰਨ ਗੱਲਾਂ ਨੇ ਜੋ ਇਸ ਕਵਿਤਾ ਦੇ ਜ਼ਰੀਏ ਸਾਹਮਣੇ ਆਉਂਦੀਆਂ ਨੇ। ਇਟ ਇੰਪਾਰਟਸ ਦੈਟ ਵੀ ਨੀਡ ਟੂ ਵੇਟ ਪੇਸ਼ੈਂਟਲੀ for the things to happen in our life as per God's decisions. ਸੋ ਅੰਤ ਵਿੱਚ ਕਵੀ ਸਾਨੂੰ ਸਾਰਿਆਂ ਨੂੰ ਬਸ ਇੱਕੋ ਹੀ ਗੱਲ ਸਮਝਾਉਣਾ ਚਾਹੁੰਦਾ ਹੈ ਕਿ ਸਾਨੂੰ ਬਹੁਤ ਹੀ ਸਬਰ ਨਾਲ
ਇੰਤਜ਼ਾਰ ਕਰਨਾ ਚਾਹੀਦਾ ਹੈ ਕਿ ਕਦੋਂ ਸਾਡੀ ਜ਼ਿੰਦਗੀ 'ਚ ਸਭ ਕੁਝ ਠੀਕ ਹੋ ਜਾਏਗਾ, ਅਤੇ ਪਰਮਾਤਮਾ ਦੇ ਫੈਸਲਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ, ਚਾਹੇ ਉਹ ਫੈਸਲੇ ਸਾਨੂੰ ਠੀਕ ਨਾ ਲੱਗ ਰਹੇ ਹੋਣ, ਪਰ ਉਹਨਾਂ ਸਾਰੇ ਫੈਸਲਿਆਂ ਦੇ ਵਿੱਚ ਕੁਛ ਨਾ ਕੁਛ ਸਾਡੀ ਭਲਾਈ ਛੁਪੀ ਹੁੰਦੀ ਹੈ। ਸੋ ਦਿਸ ਵਾਜ਼ ਦ ਸੈਂਟਰਲ ਆਈਡੀਆ and this was the complete poem on his blindness. Thank you for watching, and if you like my videos, please like this video also, share with your friends, and also subscribe the channel for more such videos. You will get complete 11th and 12th syllabus on my channel. ਪਿਆਰੇ ਬੱਚਿਓ, 11ਵੀਂ 12ਵੀਂ ਦਾ ਸਾਰਾ ਸਿਲੇਬਸ ਤੁਹਾਨੂੰ ਮੇਰੇ ਚੈਨਲ 'ਤੇ ਮਿਲੇਗਾ। ਮੈਂ ਪੂਰੇ ਪਾਠ ਨੂੰ, ਕਵਿਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ, ਔਰ ਇਸ ਚੈਨਲ ਦੇ ਉੱਤੇ ਗ੍ਰਾਮਰ ਦੇ ਵੀ ਬਹੁਤ ਸਾਰੇ ਟੋਪਿਕਸ ਕਵਰ ਕੀਤੇ ਗਏ ਨੇ। ਆਉਣ ਵਾਲੇ ਟਾਈਮ 'ਚ ਵੀ ਬਹੁਤ ਸਾਰੇ ਟੋਪਿਕਸ ਆਉਣਗੇ, ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਚੈਨਲ ਦੁਆਰਾ ਈਜ਼ੀ ਤੋਂ ਈਜ਼ੀ ਤਰੀਕੇ ਨਾਲ ਬੱਚਿਆਂ ਨੂੰ ਅੰਗਰੇਜ਼ੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। I hope you like it. Thank you. See you again.